सतनाम वाहिगुरु साहिब जी। गौड़ी महला पहला। माता मत पिता संतोख, सत भाई कर एह विसेख। माता मत पिता संतोख, सत भाई कर एह विसेख। कहना है किछ कहन ना जाए, तो कुदरत कीमत नहीं पाए। रहाउ शरम सुरत दोए ससुर पए, करनी कामण कर मन लए। सहा संजोग वियाह विजोग, सच संतत कहो नानक जोग। सहा संजोग वियाह विजोग, सच संतत कहो नानक जोग। परम सन्मानयोग सतगुरां दी साजी नवाजी गुरु रूप गुरु प्यारी साध संगत जीओ, हुणे आप जी ने गौड़ी राग अंदरों सिख धर्म की बानी गुरु नानक साहब जी के पवित्र मुखार बिंद तो उच्चारण किया हुआ पावन शब्द जो सतगुरां दी पावन अंग 651 उत्ते सुभाईमान है। इस पावन शब्द का पाठ हुणे आप जी ने सरवण किया है। ये पावन शब्द ही अज की विचार का केंद्र है। विचारा की आरंभता तो पहला मन बिरतियां एकाग्र करदियां होया गुरु बख्शी गुरु फतेह नाल सांझ पाइए। सारे आखो जी वाहिगुरु जी का खालसा वाहिगुरु जी की फतेह। विचार अधीन पावन शब्द के अंदर सतगुरु गुरु नानक साहब जी ने बहुत प्यारी जीवन जांच सन बख्शिश की है। इस मुबारक शब्द के अंदर सतगुरां ने जिथे जीवन जांच बख्शी है, उत्थे रब्बी मिलाप के कुछ नुकते सतगुरां ने साडे नाल सांझे कीते कि किवें इस जीवन अंदर असी उस परम पिता परमेश्वर अकाल पुरख जी के अंदर अभेद हो सकने हाँ। उस मालिक के अंदर असी किवें लवलीन हो सकने हाँ। ये गुरमत के नुकते सतगुरु गुरु नानक साहब जी ने विचार अधीन शब्द के अंदर बख्शिश कीते। शब्द की विचार आरंभ करने तो पहला संखेप अंदर एक इतिहासिक घटना दे नाल
ਆਪਾਂ ਸਾਂਝ ਪਾਉਣ ਦਾ ਯਤਨ ਕਰੀਏ ਤਾਂ ਕਿ ਸ਼ਬਦ ਦੀ ਵਿਚਾਰ ਸੌਖੇ ਢੰਗ ਦੇ ਨਾਲ ਸਾਨੂੰ ਸਮਝ ਪੈ ਸਕੇ। ਇਤਿਹਾਸ ਦੇ ਪੰਨਿਆਂ ਵਿੱਚ ਘਟਨਾ ਦਾ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਿਲਾਪ ਜਦੋਂ ਬਹਾਦਰ ਸ਼ਾਹ ਦੇ ਨਾਲ ਹੁੰਦਾ ਹੈ ਤੇ ਬਹਾਦਰ ਸ਼ਾਹ ਦੇ ਨਾਲ ਵਿਚਾਰ ਚਰਚਾ ਹੁੰਦੀ ਹੈ ਤੇ ਬਹਾਦਰ ਸ਼ਾਹ ਆਪਣੀ ਵਿਚਾਰ ਦੇ ਅੰਦਰ, ਗੱਲਬਾਤ ਦੇ ਅੰਦਰ ਵਾਰ-ਵਾਰ ਇਹ ਕਹਿਣ ਦਾ ਯਤਨ ਕਰ ਰਿਹਾ ਸੀ ਕਿ ਮੁਸਲਮਾਨ ਹੀ ਸਭ ਤੋਂ ਚੰਗੇ ਨੇ, ਸ੍ਰੇਸ਼ਟ ਨੇ। ਜਿਹੜੇ ਹੋਰ ਲੋਕ ਨੇ ਮੁਸਲਮਾਨਾਂ ਤੋਂ ਬਗੈਰ ਉਹ ਨੀਵੇਂ ਨੇ, ਮੁਸਲਮਾਨ ਸਭ ਤੋਂ ਸ੍ਰੇਸ਼ਟ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਮਝਾਉਣ ਵਾਸਤੇ ਇੱਕ ਤਰੀਕਾ ਵਰਤਿਆ। ਸਤਿਗੁਰਾਂ ਨੇ ਬਹਾਦਰ ਸ਼ਾਹ ਦੇ ਸਿਪਾਹੀ ਨੂੰ ਇੱਕ ਮੋਹਰ ਦਿੱਤੀ, ਆਖਿਆ ਜਾ ਬਾਜ਼ਾਰ ਵਿੱਚ ਇਸ ਮੋਹਰ ਦੇ ਬਦਲੇ ਕੁਝ ਸਮਾਨ ਲੈ ਕੇ ਆ। ਬਹਾਦਰ ਸ਼ਾਹ ਦਾ ਨੌਕਰ ਬਾਜ਼ਾਰ ਵਿੱਚ ਚਲਾ ਜਾਂਦਾ ਹੈ ਸਮਾਨ ਲੈਣ ਵਾਸਤੇ। ਜਦੋਂ ਬਾਜ਼ਾਰ ਵਿੱਚ ਜਾਂਦਾ ਹੈ ਤੇ ਖਾਲੀ ਹੱਥ ਉਹ ਮੋਹਰ ਲੈ ਕੇ ਵਾਪਸ ਪਰਤ ਆਉਂਦਾ ਹੈ। ਪਾਤਸ਼ਾਹ ਪੁੱਛਦੇ ਨੇ ਕੀ ਗੱਲ, ਤੈਨੂੰ ਸਮਾਨ ਲੈਣ ਵਾਸਤੇ ਭੇਜਿਆ ਸੀ, ਤੂੰ ਖਾਲੀ ਹੱਥ ਆ ਗਿਆ ਹੈ। ਉਹ ਜੋ ਲੈਣ ਵਾਸਤੇ ਸਮਾਨ ਸਿਪਾਹੀ ਗਿਆ ਸੀ ਉਹ ਆ ਕੇ ਕਹਿੰਦਾ ਹੈ ਕਿ ਇਹ ਮੋਹਰ ਖੋਟੀ ਹੈ। ਕਿਸੇ ਵੀ ਦੁਕਾਨਦਾਰ ਨੇ ਇਸ ਮੋਹਰ ਨੂੰ ਲਿਆ ਨਹੀਂ। ਜਦੋਂ ਮੋਹਰ ਦੇਖੀ ਬਹਾਦਰ ਸ਼ਾਹ ਨੇ ਤੇ ਉੱਤੇ ਬਹਾਦਰ ਸ਼ਾਹ ਦੀ ਫੋਟੋ ਵੀ ਹੈ, ਮੋਹਰ ਵੀ ਲੱਗੀ ਹੋਈ ਹੈ, ਪਰ ਦੁਕਾਨਦਾਰ ਨੇ ਕਿਉਂ ਨਹੀਂ ਲਿਆ? ਸਵਾਲ ਖੜਾ ਹੋ ਗਿਆ। ਨੌਕਰ ਕਹਿੰਦਾ ਹੈ ਕਿ ਸਿਪਾਹੀ ਆਖਦਾ ਇਹ ਮੋਹਰ ਚੱਲੀ ਨਹੀਂ ਹੈਗੀ। ਬਹਾਦਰ ਸ਼ਾਹ ਨੇ ਇੱਕ ਪਾਰਖ ਨੂੰ ਬੁਲਾਇਆ ਕਿ ਇਸ ਮੋਹਰ ਦੇ ਅੰਦਰ ਕੀ ਕਮੀ ਹੈ, ਕਿਉਂ ਨਹੀਂ ਚੱਲੀ? ਇਹਦੇ ਤੇ ਮੇਰੀ ਤਸਵੀਰ ਵੀ ਹੈ, ਮੇਰੀ ਮੋਹਰ ਵੀ ਲੱਗੀ ਹੈ, ਪਰ ਫਿਰ ਵੀ ਇਹ ਮੋਹਰ ਕਿਉਂ ਨਹੀਂ ਚੱਲੀ? ਤੇ ਪਾਰਖੂ ਕਹਿੰਦਾ ਹੈ ਕਿ ਬਾਦਸ਼ਾਹ ਇਹ ਮੋਹਰ ਖੋਟੀ ਹੈ, ਇਸ ਕਰਕੇ ਬਾਜ਼ਾਰ ਦੇ ਅੰਦਰ ਨਹੀਂ ਚੱਲੀ। ਇਸ ਦੇ ਅੰਦਰ ਸੋਨੇ ਦੀ ਕਮੀ ਹੈ, ਇਹ ਮੋਹਰ ਖੋਟੀ ਹੈ, ਪਿਓਰ ਨਹੀਂ ਹੈਗੀ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਨੇ ਕਿ ਬਹਾਦਰ ਸ਼ਾਹ, ਤੂੰ ਜੋ ਆਪਣੀਆਂ ਵਿਚਾਰਾਂ ਅੰਦਰ ਵਾਰ-ਵਾਰ ਇਹ ਗੱਲ ਆਖ ਰਿਹਾ ਸੀ ਕਿ ਮੁਸਲਮਾਨ ਸ੍ਰੇਸ਼ਟ ਨੇ, ਚੰਗੇ ਨੇ, ਬਾਕੀ ਲੋਕ ਨੀਵੇਂ ਨੇ, ਮੈਂ ਸਮਝਦਾ ਹਾਂ ਕਿ ਤੈਨੂੰ ਤੇਰੀ ਗੱਲ ਦਾ ਜਵਾਬ ਮਿਲ ਗਿਆ ਹੋਵੇਗਾ। ਬਹਾਦਰ ਸ਼ਾਹ ਕਹਿੰਦਾ ਪਾਤਸ਼ਾਹ ਕਿ ਮੈਨੂੰ ਸਮਝ ਨਹੀਂ ਲੱਗੀ, ਤੁਸੀਂ ਸਮਝਾਉਣਾ ਕੀ ਚਾਹੁੰਦੇ ਹੋ? ਪਾਤਸ਼ਾਹ ਸਮਝਾਉਂਦੇ ਨੇ ਕਿ ਕੋਈ ਮਨੁੱਖ ਜਾਤ ਕਰਕੇ, ਜਨਮ ਕਰਕੇ, ਮਜ਼ਹਬ ਕਰਕੇ, ਬਰਾਦਰੀ ਕਰਕੇ ਸ੍ਰੇਸ਼ਟ ਨਹੀਂ ਹੁੰਦਾ, ਵੱਡਾ ਨਹੀਂ ਹੁੰਦਾ। ਵੱਡਾ ਇਨਸਾਨ ਸ਼ੁਭ ਗੁਣਾ ਕਰਕੇ ਹੁੰਦਾ ਹੈ, ਸ਼ੁਭ ਅਮਲਾਂ ਕਰਕੇ ਹੁੰਦਾ ਹੈ। ਜਿਸ ਵੀ ਇਨਸਾਨ ਦੇ ਸ਼ੁਭ ਅਮਲ ਨੇ, ਜਿਸ ਇਨਸਾਨ ਦੇ ਅੰਦਰ ਸ਼ੁਭ ਗੁਣ ਨੇ, ਉਹ ਇਨਸਾਨ ਵੱਡਾ ਹੈ। ਉਹ ਭਾਵੇਂ ਕੋਈ ਮੁਸਲਮਾਨ ਹੋਵੇ, ਹਿੰਦੂ ਹੋਵੇ, ਸਿੱਖ ਹੋਵੇ, ਜੈਨੀ ਹੋਵੇ, ਬੋਧੀ ਹੋਵੇ, ਉਹੀ ਇਨਸਾਨ ਅਸਲ ਵਿੱਚ ਸ੍ਰੇਸ਼ਟ ਹੈ, ਉੱਤਮ ਹੈ, ਜਿਸ ਦੇ ਅੰਦਰ ਸ਼ੁਭ ਗੁਣ ਤੇ ਜਿਸ ਦੇ ਸ਼ੁਭ ਅਮਲ ਨੇ। ਜਿਸ ਨੂੰ ਭਾਈ ਗੁਰਦਾਸ ਸਾਹਿਬ ਆਖਦੇ ਨੇ ਕਿ ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋਂ ਦੁਨ ਹੋਈ। ਕਿ ਸ਼ੁਭ ਅਮਲਾਂ ਤੋਂ ਬਿਨਾਂ ਰੋਣਾ ਪੈਂਦਾ ਹੈ। ਤੇ ਵਿਚਾਰ ਅਧੀਨ ਪਾਵਨ ਸ਼ਬਦ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਭ ਗੁਣਾਂ ਦਾ ਜ਼ਿਕਰ ਕੀਤਾ ਹੈ। ਅਮਲ ਦਾ ਅਰਥ ਹੈ ਕਰਮ। ਹੁਣ ਸ਼ੁਭ ਅਮਲ ਕਿਵੇਂ ਬਣਨਗੇ, ਸ਼ੁਭ ਕਰਮ ਕਿਵੇਂ ਬਣਨਗੇ?
ਜਦੋਂ ਸਾਡੇ ਅੰਦਰ ਸ਼ੁਭ ਗੁਣ ਹੋਣਗੇ। ਜੇ ਸ਼ੁਭ ਗੁਣ ਨਹੀਂ ਅੰਦਰ, ਜੇ ਸ਼ੁਭ ਵਿਚਾਰ ਨਹੀਂ, ਸਾਡੀ ਸ਼ੁਭ ਗੁਣ ਨਹੀਂ, ਤੇ ਫਿਰ ਸਾਡੇ ਜਿਹੜੇ ਅਮਲ ਨੇ, ਸਾਡੇ ਜੋ ਕਰਮ ਨੇ, ਉਹ ਸ਼ੁਭ ਨਹੀਂ ਹੋ ਸਕਦੇ। ਹਾਂ, ਜੇ ਕੁਝ ਅਸੀਂ ਚੰਗੇ ਕਰਮ ਕਰ ਵੀ ਰਹੇ ਹਾਂ ਤੇ ਉਹਨਾਂ ਪਿੱਛੇ ਕੋਈ ਮਨਸ਼ਾ ਹੋਰ ਹੋਵੇਗੀ, ਸਵਾਰਥ ਹੋਵੇਗਾ, ਲੋਭ ਹੋਵੇਗਾ, ਵਿਖਾਵਾ ਹੋਵੇਗਾ। ਪਰ ਪਵਿੱਤਰ, ਨੇਕ ਅਤੇ ਨਿਰਮਲ ਕਰਮ ਉਦੋਂ ਹੀ ਸਾਡੇ ਹੋਣਗੇ ਜਦੋਂ ਰੱਬ ਜੀ ਦੇ ਸ਼ੁਭ ਗੁਣ ਸਾਡੇ ਅੰਦਰ ਹੋਣਗੇ। ਹੁਣ ਸ਼ੁਭ ਗੁਣ ਕਿਹੜੇ ਨੇ? ਵਿਚਾਰ ਅਧੀਨ ਸ਼ਬਦ ਦੇ ਅੰਦਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਨੇ, ਅਤੇ ਸ਼ੁਭ ਗੁਣਾਂ ਨੂੰ ਧਾਰਨ ਕੀਤਿਆਂ ਹੀ ਅਸੀਂ ਉਸ ਮਾਲਕ ਅੰਦਰ ਅਭੇਦ ਹੋ ਸਕਦੇ ਹਾਂ, ਰੱਬ ਜੀ ਅੰਦਰ ਲਵਲੀਨ ਹੋ ਸਕਦੇ ਹਾਂ। ਸ਼ਬਦ ਦਾ ਕੇਂਦਰੀ ਬੰਦ ਹੈ, ਕਹਿਣਾ ਹੈ ਕਿਛ ਕਹਿਣਾ ਨਾ ਜਾਏ। हे ਪ੍ਰਭੂ ਜੀ, ਤੇਰੇ ਮਿਲਾਪ ਦੀ ਜੋ ਅਵਸਥਾ ਹੈ ਉਹ ਬਿਆਨ ਨਹੀਂ ਹੋ ਸਕਦੀ, ਆਖੀ ਨਹੀਂ ਜਾ ਸਕਦੀ। ਜਿਹੜਾ ਵੀ ਜੀਵ ਤੁਹਾਡੇ ਅੰਦਰ ਅਭੇਦ ਹੋ ਗਿਆ ਹੈ, ਤੁਹਾਡੇ ਨਾਲ ਜੁੜ ਗਿਆ ਹੈ, ਤੁਹਾਡਾ ਰੂਪ ਹੋ ਗਿਆ ਹੈ, ਉਸ ਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜਿਵੇਂ ਜਪ ਬਾਣੀ ਅੰਦਰ ਵੀ ਅਸੀਂ ਪੜ੍ਹਨੇ ਹਾਂ ਕਿ ਮੰਨੇ ਕੀ ਗਤ ਕਹੀ ਨਾ ਜਾਏ, ਉਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮਿਲਵੇ ਕੀ ਮਹਿਮਾ ਕਿਆ ਕਹੂੰ, ਜਿਹੜਾ ਇਨਸਾਨ ਮਿਲ ਚੁੱਕਾ ਹੈ, ਮਿਲਵੇ ਕੀ ਮਹਿਮਾ ਕਹਿ ਨਾ ਸਕੋ ਨਾਨਕ ਪਰੈ ਪਲੀਤਾ। ਜਿਹੜਾ ਮਿਲ ਚੁੱਕਾ ਹੈ, ਅਭੇਦ ਹੋ ਚੁੱਕਾ ਹੈ ਸਾਈ ਅੰਦਰ, ਪ੍ਰਭੂ ਅੰਦਰ, ਉਸ ਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅੱਖਰਾਂ ਵਿੱਚ, ਸ਼ਬਦਾਂ ਵਿੱਚ ਦੱਸਿਆ ਨਹੀਂ ਜਾ ਸਕਦਾ, ਲਿਖਿਆ ਨਹੀਂ ਜਾ ਸਕਦਾ। ਤੇ ਪਾਤਸ਼ਾਹ ਕਹਿੰਦੇ ਨੇ, ਕਹਿਣਾ ਹੈ ਕਿਛ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ। ਇਹ ਰੱਬ ਦੀ ਸਾਡੀ ਕੀ ਤਾਕਤ ਹੈ ਕਿ ਅਸੀਂ ਤੁਹਾਡੇ ਅੰਦਰ ਅਭੇਦ ਹੋ ਕੇ, ਤੁਹਾਡੇ ਅੰਦਰ ਲਵਲੀਨ ਹੋ ਕੇ ਤੁਹਾਡੀ ਕੁਦਰਤ ਦੀ ਅਸੀਂ ਕੀਮਤ ਪਾ ਸਕੀਏ, ਤੁਹਾਡਾ ਅੰਤ ਪਾ ਸਕੀਏ। ਭਾਵ ਕਿ ਤੁਸੀਂ ਬੇਅੰਤੀ ਹੋ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਅੰਤ ਨਾ ਸਿੱਤੀ ਕਹਿ ਨਾ ਅੰਤ, ਅੰਤ ਨਾ ਕਰਨੇ ਦੇ ਨਾ ਅੰਤ। ਤੁਹਾਡਾ ਬਿਲਕੁਲ ਅੰਤ ਨਹੀਂ ਪਾਇਆ ਜਾ ਸਕਦਾ, ਨਾ ਬੋਲ ਕੇ, ਨਾ ਦੇਖ ਕੇ, ਨਾ ਲਿਖ ਕੇ। ਤੁਸੀਂ ਬੇਅੰਤੀ ਹੋ। ਪਰ ਜਿਹੜਾ ਤੁਹਾਡੇ ਅੰਦਰ ਅਭੇਦ ਹੁੰਦਾ ਹੈ, ਤੁਹਾਡੇ ਅੰਦਰ ਲਵਲੀਨ ਹੁੰਦਾ ਹੈ, ਉਹ ਤੇ ਇਸ ਤਰ੍ਹਾਂ ਹੈ ਕਿ ਇੱਕ ਬੂੰਦ ਸਾਗਰ ਦੇ ਅੰਦਰ ਸਮਾ ਗਈ ਹੈ। ਤੇ ਜੇ ਬੂੰਦ ਨੂੰ ਹੰਕਾਰ ਹੋ ਜਾਏ ਕਿ ਮੈਂ ਹੁਣ ਸਾਗਰ ਦਾ ਅੰਤ ਪਾ ਲਵਾਂਗੀ, ਨਹੀਂ, ਬੂੰਦ ਸਾਗਰ ਅੰਦਰ ਮਿਲ ਤੇ ਸਕਦੀ ਹੈ, ਪਰ ਅਥਾਹ ਵਿਸ਼ਾਲ ਬੇਅੰਤ ਸਾਗਰ ਦਾ ਇੱਕ ਬੂੰਦ ਅੰਤ ਨਹੀਂ ਪਾ ਸਕਦੀ। ਪਾਤਸ਼ਾਹ ਕਹਿੰਦੇ ਨੇ, ਕਹਿਣਾ ਹੈ ਕਿ ਕਹਿਣਾ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ। ਜਿਹੜੇ ਜੀਵ ਤੁਹਾਡੇ ਅੰਦਰ ਅਭੇਦ ਹੋ ਜਾਂਦੇ ਨੇ, ਉਹ ਮਿਲਾਪ ਵਾਲੀ ਅਵਸਥਾ ਨੂੰ ਬਿਆਨ ਨਹੀਂ ਕਰ ਸਕਦੇ। ਤੁਹਾਡੀ ਕੁਦਰਤ ਦੀ ਕੀਮਤ ਨਹੀਂ ਪਾ ਸਕਦੇ, ਅੰਤ ਨਹੀਂ ਪਾ ਸਕਦੇ। ਤੋ ਕੁਦਰਤ ਕੀਮਤ ਨਹੀਂ ਪਾਏ, ਕੁਦਰਤ ਦੀ ਕੀਮਤ ਨੂੰ ਬਿਆਨ ਨਹੀਂ ਕਰ ਸਕਦੇ, ਦੱਸ ਨਹੀਂ ਸਕਦੇ। ਹੁਣ ਪਾਤਸ਼ਾਹ ਪਹਿਲੇ ਬੰਦ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਕਿਵੇਂ ਅਸੀਂ ਮਾਲਕ ਅੰਦਰ, ਪ੍ਰਭੂ ਅੰਦਰ ਅਭੇਦ ਹੋਣਾ ਹੈ। ਉਹਦੇ ਵਾਸਤੇ ਕਿੰਨਾ ਕਿੰਨਾ ਚੀਜ਼ਾਂ ਦੀ ਲੋੜ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ ਮਾਲਕ ਅੰਦਰ ਅਭੇਦ ਹੋਣ ਵਾਸਤੇ, ਰੱਬ ਜੀ ਦੇ ਅੰਦਰ ਲਵਲੀਨ ਹੋਣ ਵਾਸਤੇ। ਗੁਰੂ ਸਾਹਿਬ ਜੀ ਨੇ ਬੜੀ ਪਿਆਰੀ ਵਿਚਾਰ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੀ ਹੈ।
ਸਤਿਗੁਰਾਂ ਨੇ ਸੰਸਾਰ ਦੇ ਰਿਸ਼ਤਿਆਂ ਦਾ ਜ਼ਿਕਰ ਕੀਤਾ ਹੈ। ਇਸ ਤਰ੍ਹਾਂ ਕਹਿ ਲਈਏ ਉਦਾਹਰਨਾਂ ਦਿੱਤੀਆਂ ਨੇ, ਦ੍ਰਿਸ਼ਟਾਂਤ ਦਿੱਤਾ ਹੈ ਸੰਸਾਰ ਦੇ ਰਿਸ਼ਤਿਆਂ ਦਾ, ਪਰ ਗੱਲ ਸਾਡੇ ਅੰਦਰ ਦੀ ਕਰ ਰਹੇ ਨੇ। ਪਾਤਸ਼ਾਹ ਫਰਮਾਉਂਦੇ ਨੇ ਪਹਿਲੇ ਬੰਦ ਅੰਦਰ ਕੀ ਮਾਤਾ ਮਤ ਪਿਤਾ ਸੰਤੋਖ। बड़ा प्यारा रिश्ता है माता का पिता का। जिस माता पिता की निगरानी अंदर, मां की गोद अंदर, पिता की निगरानी अंदर असी पले हाँ, वड्डे होए हाँ। हुण पातशाह कहते हैं कि गुरु की जो मत है इसनूं मां बनाइए। ये मेरी आत्मा की मां है। मेरी जिहड़ी आत्मा है वो गुरु मत की गोद अंदर बैठी। गुरु मत की गोद अंदर मेरी आत्मा रवे। हुण हो सकता है कि बच्चे का गुआंढी बुरा चाहते हो, संसार के लोग बुरा चाहते हो, रिश्तेदार बुरा चाहते हो, पर कदी मां अपने पुत्र का माड़ा नहीं चाहती। मां का सुभाव ऐसा है कि मां अपने पुत का कभी भी माड़ा नहीं चाहती। मां कहती कि मेरा पुत चंगा होवे, श्रेष्ठ होवे। मां नहीं माड़ा चाहती। हुण बादशाह कहते हैं कि जिहड़ी मत गुरु की होवेगी ना साडे कोल, गुरु मत नूं जदों असीं मां बनावांगे ते ये मत फिर साडा कदी भी माड़ा नहीं चाहेगी। साडे आत्मिक जीवन का माड़ा साडी मन की मत चाहती है, गुरु की मत नहीं। जिसनूं बाबा कबीर साहब आखदे ने बाणी अंदर कि पहली कुरूप कुजात कुलखणी, सौरे पईए बुरी, अब की स्वरूप सुजान सुलखणी, सहजे उदर तरी, भली सरी मुई मेरी पहली बरी, जुग जुग जीवो मेरी अब की तरी। बाबा कबीर साहब आखदे ने पहली मत ते मेरा माड़ा चाहती सी, वो कुलखणी सी, भैड़ी सी, माड़ी सी। पर जिहड़ी मत मैनूं गुरु तो मिली है ये मत बड़ी श्रेष्ठ है, बड़ी उत्तम है, बड़ी चंगी है। ये मत मेरा भला चाहती है। गुरु की मत मेरा माड़ा नहीं चाहती। ते बादशाह कहते हैं साडी जिहड़ी आत्मा है ये गुरु मत की गोद अंदर बैठी है। ये साडे निज का रिश्ता है। एक है बाहरला रिश्ता, पर एक है कि साडी आत्मा का रिश्ता। हुण जिन्ने बाहरले रिश्ते ने ये सारे शरीर करके ने, शरीर करके ने। पर पातशाह जी इस शब्द के अंदर जिन्हां रिश्तियां का जिक्र करते पे ने वो बाहरले रिश्ते नहीं, वो आत्मा के रिश्ते ने। आत्मा के मेरे अंदर के रिश्ते ने। पातशाह कहते हैं कि माता मत श्रेष्ठ मत नूं असी मां बनाइए। पिता संतोख, संतोख पिता की गोद अंदर असी निगरानी अंदर अपनी आत्मा नूं रखिए। हुण जिथे श्रेष्ठ मत होवे, जिसनूं पातशाह मां का दर्जा दे रहे, उत्थे संतोख नूं सबर नूं पातशाह पिता का दर्जा दे रहे हैं। हे भाई तू संतोख की निगरानी हेठ पाल, भाव कि तेरे अंदर संतोख होवे, सबर होवे। इस सबर के नाल ही आनंद आएगा जिंदगी अंदर। सबर ते संतोख के नाल ही साडा अंदर तृप्त होवेगा, रजेगा। नहीं तो पातशाह कहते हैं जे संतोख नहीं हैगा अंदर, जे सबर नहीं हैगा अंदर, भाई असी कभी भी तृप्त नहीं हो सकते। ते जिहड़ा इंसान तृप्त नहीं वो दुखी है, उसके अंदर तृष्णा है, भटकना है।
ਤੇ ਤ੍ਰਿਸ਼ਾਲੂ ਮਨ ਬਿਰਤੀ ਵਾਲਾ ਇਨਸਾਨ, ਲੋਭੀ ਬਿਰਤੀ ਵਾਲਾ ਇਨਸਾਨ, ਉਹਦੇ ਕੋਲ ਜਿਤਨਾ ਕੁਝ ਮਰਜ਼ੀ ਹੋਵੇ ਪਰ ਉਹ ਕਦੀ ਸੁਖੀ ਨਹੀਂ ਹੋਵੇਗਾ, ਉਹ ਕਦੀ ਅੰਦਰੋਂ ਤ੍ਰਿਪਤ ਨਹੀਂ ਹੋਵੇਗਾ। ਸੈਸ ਘਟੇ ਲਭ ਕੋ ਉਠਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਪਰ ਪੂਰਨ ਆਨੰਦ, ਪੂਰਨ ਤ੍ਰਿਪਤੀ ਤੇ ਸੰਤੋਖ ਦੇ ਨਾਲ ਪ੍ਰਾਪਤ ਹੋਣੀ ਹੈ। ਸਬਰ ਅੰਦਰ ਸਾਬਰੀ, ਤਨ ਏਵੇਂ ਜਾਲੇ, ਹੋਣ ਨਜ਼ੀਕ ਖੁਦਾਏ ਦੇ, ਭੇਦ ਨਾ ਕਿਸੇ ਦੇ। ਸਬਰ ਵਾਲੇ ਇਨਸਾਨ ਹੀ ਰੱਬ ਦੇ ਨੇੜੇ ਹੁੰਦੇ ਨੇ। ਜਿੱਥੇ ਸਬਰ ਹੈ, ਸੰਤੋਖ ਹੈ, ਉੱਥੇ ਫਿਰ ਵੰਡ ਛਕਣ ਦੀ ਵੀ ਭਾਵਨਾ ਹੁੰਦੀ ਹੈ। ਜਿੱਥੇ ਲੋਭ ਬਿਰਤੀ ਹੈ, ਉੱਥੇ ਤੇ ਮਾਨੋ ਸਭ ਕੁਝ ਆਪਣੇ ਨਹੀਂ ਹੜਪੇਗਾ ਕਿ ਸਭ ਕੁਝ ਮੈਨੂੰ ਪ੍ਰਾਪਤ ਹੋ ਜਾਏ। ਪਰ ਜਿੱਥੇ ਸਬਰ ਤੇ ਸੰਤੋਖ ਹੈ, ਉੱਥੇ ਵੰਡ ਛਕਣ ਦੀ ਵੀ ਬਿਰਤੀ ਹੁੰਦੀ ਹੈ। ਹੁਣ ਪਾਤਸ਼ਾਹ ਕਹਿੰਦੇ ਨੇ ਇਹਨਾਂ ਦੋ ਰਿਸ਼ਤਿਆਂ ਨੂੰ ਅਪਣਾਈਏ। ਪਹਿਲਾਂ ਗੁਰੂ ਦੀ ਮੱਤ ਨੂੰ ਮਾਂ ਬਣਾਈਏ ਤੇ ਸੰਤੋਖ ਨੂੰ ਆਪਣੀ ਆਤਮਾ ਦਾ ਪਿਤਾ ਬਣਾਈਏ। ਇਹ ਜੀਵਨ ਜਾਂਚ ਪਾਤਸ਼ਾਹ ਸਮਝਾ ਰਹੇ ਨੇ। ਅਰਬੀ ਮਿਲਾਪ ਦੀਆਂ ਸੇਧਾਂ ਦੇ ਰਹੇ ਨੇ ਪਾਤਸ਼ਾਹ, ਤੇ ਅੱਗੇ ਆਖਦੇ ਨੇ ਸਤ ਭਾਈ ਕਰ ਇਹ ਵਿਸੇਖ। ਸਤ ਦਾ ਅਰਥ ਦਾਨ, ਦਾਨ ਤੋਂ ਭਾਵ ਹੈ ਸੇਵਾ। ਹੁਣ ਬਾਦਸ਼ਾਹ ਕਹਿੰਦੇ ਨੇ ਕਿ ਤੇਰੀ ਆਤਮਾ ਦਾ ਭਰਾ ਵੀ ਹੋਵੇ। ਹੁਣ ਭਰਾ ਕਿਸ ਨੂੰ ਬਣਾਉਣਾ ਹੈ? ਖਲਕਤ ਦੀ ਸੇਵਾ ਨੂੰ। ਸੇਵਾ ਨੂੰ ਆਪਣੀ ਆਤਮਾ ਦਾ ਭਰਾ ਬਣਾਈਏ, ਜਿਸ ਨੂੰ ਪਾਤਸ਼ਾਹ ਆਖਦੇ ਨੇ ਬਾਣੀ ਅੰਦਰ ਕਿ ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਾਹ ਬੈਸਨ ਪਾਈਏ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਏ। ਕਿਉਂਕਿ ਆਪਣੇ ਲਈ ਤੇ ਹਰੇਕ ਮਨੁੱਖ ਜਿਉ ਲੈਂਦਾ ਹੈ। ਪਸ਼ੂ ਪੰਛੀ ਸਭ ਆਪਣੇ ਲਈ ਜਿਉ ਰਹੇ ਨੇ, ਪਰ ਇਨਸਾਨ ਹੋਣ ਦਾ ਸਾਨੂੰ ਤਾਹੀਓਂ ਲਾਭ ਹੈ ਕਿ ਅਸੀਂ ਜਿੱਥੇ ਆਪ ਜਿਉ ਰਹੇ ਹਾਂ, ਉੱਥੇ ਦੂਸਰੇ ਦੀ ਵੀ ਅਸੀਂ ਮਦਦ ਕਰ ਸਕੀਏ, ਭਲਾ ਕਰ ਸਕੀਏ। ਕਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਹੁਣ ਸੇਵਾ ਦਾ ਦਾਇਰਾ ਬਹੁਤ ਵਿਸ਼ਾਲ ਹੈ, ਬੜਾ ਵੱਡਾ ਹੈ। ਗੁਰੂ ਘਰ ਆ ਕੇ, ਗੁਰਦੁਆਰੇ ਆ ਕੇ ਸੇਵਾ ਦੇ ਕਨਸੈਪਟ ਨੂੰ ਸਮਝਣਾ ਹੈ। ਇਥੋਂ ਸੇਵਾ ਦੀ ਜਾਚ ਸਿੱਖਣੀ ਹੈ। ਪਰ ਸੇਵਾ ਕਮਾਉਣੀ ਹੈ ਖਲਕਤ ਅੰਦਰ। ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਾਹ ਬੈਸਨ ਪਾਈਏ। ਹੁਣ ਪਾਤਸ਼ਾਹ ਕਹਿੰਦੇ ਨੇ ਕਿ ਆਤਮਾ ਦਾ ਭਰਾ ਸੇਵਾ ਨੂੰ ਬਣਾਈਏ। ਸੇਵਾ ਜ਼ਰੂਰੀ ਹੈ, ਸ੍ਰੇਸ਼ਟ ਮਤ ਜ਼ਰੂਰੀ ਹੈ, ਸੰਤੋਖ ਦਾ ਗੁਣ ਜ਼ਰੂਰੀ ਹੈ। ਹੁਣ 3 ਰਿਸ਼ਤਿਆਂ ਦਾ ਜ਼ਿਕਰ ਹੋ ਚੁੱਕਾ ਹੈ ਤੇ ਪਾਤਸ਼ਾਹ ਅੱਗੇ ਰਹਿਮਤ ਕਰਦੇ ਨੇ ਸਰਮ ਸੁਰਤ ਦੋਏ ਸਸੁਰ ਪਾਏ। ਹੁਣ ਪਾਤਸ਼ਾਹ ਅੱਗੇ ਆਤਮਿਕ ਜੀਵਨ ਦੀ ਉਨਤੀ, ਆਤਮਿਕ ਜੀਵਨ ਦਾ ਸਿਖਰ ਦਾ ਜ਼ਿਕਰ ਕਰ ਰਹੇ ਨੇ ਕਿ ਆਤਮਿਕ ਜੀਵਨ ਕਿਵੇਂ ਸੋਹਣਾ ਬਣੇ, ਕਿਵੇਂ ਚੰਗਾ ਬਣੇ। ਪਾਤਸ਼ਾਹ ਕਹਿੰਦੇ ਨੇ ਸਰਮ ਸੁਰਤ ਦੋਏ ਸਸੁਰ ਪਾਏ। ਹੁਣ ਰਿਸ਼ਤਾ ਹੈ ਸੱਸ ਤੇ ਸਹੁਰੇ ਦਾ। ਪਾਤਸ਼ਾਹ ਕਹਿੰਦੇ ਨੇ ਕਿ ਆਤਮਾ ਦਾ ਸਹੁਰਾ ਕਿਹੜਾ ਹੈ? ਉਦਮ, ਮਿਹਨਤ, ਨੇਕ ਕਿਰਤ ਕਮਾਈ। ਪਾਤਸ਼ਾਹ ਕਹਿੰਦੇ ਨੇ ਇਸ ਨੂੰ ਸਹੁਰਾ ਬਣਾਈਏ, ਭਾਵ ਕਿ ਨੇਕ ਕਿਰਤ ਕਮਾਈ ਦਾ, ਸੁਕ੍ਰਿਤ ਕਮਾਈ ਦਾ ਇਹ ਗੁਣ ਅੰਦਰ ਧਾਰਨ ਕਰੀਏ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਪੈ ਆਨ ਲੁਟਾਵੇ। ਪਾਤਸ਼ਾਹ ਕਹਿੰਦੇ ਨੇ ਇਹ ਕਰਮ ਨਾ ਕਰੀਏ। ਕਿਹੜਾ ਕਰਮ ਕਰੀ ਕਿ ਕਾਲ ਖਾਏ ਕਿ ਛੱਤੋ ਦੇ, ਨਾਨਕ ਰਾਹ ਪਛਾਣੇ ਸੇ। ਕਾਲ ਕਰਕੇ ਨੇਕ ਸੁਕ੍ਰਿਤ ਨਿਰਮਲ ਕਮਾਈ। ਪਾਤਸ਼ਾਹ ਕਹਿੰਦੇ ਨੇ ਇਸ ਨੂੰ ਸਹੁਰਾ ਬਣਾਈਏ ਆਤਮਾ ਦਾ। ਸਰਮ ਸੁਰਤ ਦੋਏ ਸਸੁਰ ਪਏ।
ਅੱਗੇ ਸੱਸ ਦਾ ਰਿਸ਼ਤਾ। ਆਤਮਾ ਦੀ ਸੱਸ ਕਿਹੜੀ ਹੈ? ਉੱਚੀ ਸੁਰਤ। ਹਜ਼ੂਰ ਆਖਦੇ ਨੇ ਕਿ ਜਿਹੜੀ ਸੁਰਤ ਵਿਕਾਰਾਂ ਅੰਦਰ ਟਿਕੀ ਹੋਈ ਹੈ, ਜਿਹੜੀ ਸੁਰਤ ਹਰ ਸਮੇਂ ਕਿਸੇ ਦੇ ਅਵਗੁਣਾਂ ਨੂੰ ਤੱਕਦੀ ਹੈ, ਜਿਹੜੀ ਸੁਰਤ ਹਰ ਸਮੇਂ ਨਿੰਦਿਆ ਵਿੱਚ ਫਸੀ ਰਹਿੰਦੀ ਹੈ, ਪਾਤਸ਼ਾਹ ਕਹਿੰਦੇ ਨੇ ਇਸ ਸੁਰਤ ਨੂੰ ਗੰਦਗੀ ਵਿੱਚੋਂ ਚੁੱਕ ਕੇ ਇਸ ਸੁਰਤ ਨੂੰ ਸ਼ਬਦ ਵਿੱਚ ਜੋੜੀਏ, ਬਾਣੀ ਵਿੱਚ ਜੋੜੀਏ। ਸੁਰਤ ਨੂੰ ਆਖਦੇ ਨੇ ਧਿਆਨ। ਤੇ ਕਦੀ ਇੱਕ ਦਿਨ ਦਾ, ਆਪਣੀ ਜ਼ਿੰਦਗੀ ਦੇ ਇੱਕ ਦਿਨ ਦਾ ਪੂਰਾ ਨਿਰਣਾ ਕਰੀਏ, ਵਿਚਾਰ ਕਰੀਏ ਕਿ ਸਾਡਾ ਬਹੁਤਾ ਧਿਆਨ ਕਿੱਥੇ ਰਹਿੰਦਾ ਹੈ, ਕਿ ਗੁਰੂ ਵਾਲੇ ਪਾਸੇ ਜਾਂ ਬੁਰਾਈਆਂ ਵਾਲੇ ਪਾਸੇ ਜਾਂ ਵਿਸ਼ੇ ਵਿਕਾਰਾਂ ਵਾਲੇ ਪਾਸੇ। ਤੇ ਖਿਆਲ ਕਰਨਾ ਕਿ ਧਿਆਨ ਸਾਡਾ ਬਹੁਤ ਘੱਟ ਗੁਰੂ ਵਾਲੇ ਪਾਸੇ ਹੁੰਦਾ ਹੈ। ਕਈ ਵਾਰੀ ਗੁਰਦੁਆਰੇ ਆ ਕੇ ਵੀ ਧਿਆਨ ਬਾਹਰ ਹੀ ਭਟਕਦਾ ਹੈ। ਪਰ ਪਾਤਸ਼ਾਹ ਕਹਿੰਦੇ ਕਿ ਭਾਈ ਇਸ ਧਿਆਨ ਨੂੰ, ਸੁਰਤ ਨੂੰ ਵਿਕਾਰਾਂ ਤੋਂ ਚੁੱਕ ਕੇ ਸ਼ਬਦ ਵਿੱਚ ਜੋੜੀਏ, ਨਾਮ ਵਿੱਚ ਜੋੜੀਏ। ਉੱਚੀ ਸੁਰਤ ਇਹ ਆਤਮਾ ਦੀ ਸੱਸ ਹੋਵੇ। ਤੇ ਕੀ ਰਹਿਮਤ ਕਰਦੇ ਨੇ, ਕਰਨੀ ਕਾਮਣ ਕਰ ਮਨ ਲਏ। ਕਰਨੀ ਦਾ ਅਰਥ ਹੈ ਕਿ ਸੁਚੱਜੀ ਜ਼ਿੰਦਗੀ, ਉੱਚਾ ਆਚਰਣ। ਪਾਤਸ਼ਾਹ ਕਹਿੰਦੇ ਨੇ ਆਚਰਣ, ਕਿਰਦਾਰ ਉੱਚਾ ਹੋਵੇ। ਪਰ ਤੇਰੇ ਰੂਪ ਨਾ ਪਿਖੇ ਨਿੱਤਰ। ਇਹਨਾਂ ਅੱਖਾਂ ਨਾਲ ਪਰਾਏ ਰੂਪ ਨੂੰ ਨਾ ਤੱਕੀਏ। ਕਿਰਦਾਰ ਉੱਚਾ ਹੋਵੇ, ਜੀਵਨ ਉੱਚਾ ਹੋਵੇ। ਤੇ ਬਾਦਸ਼ਾਹ ਕਹਿੰਦੇ ਨੇ ਕਰਨੀ ਕਾਮਣ, ਸੁਚੱਜੀ ਜ਼ਿੰਦਗੀ, ਉੱਚਾ ਆਚਰਣ। ਇਹ ਇਸ ਨੂੰ ਇਸਤਰੀ ਬਣਾਈਏ, ਇਹ ਆਤਮਾ ਦੀ ਘਰਵਾਲੀ ਹੋਵੇ। ਕਾਮਣ ਦਾ ਅਰਥ ਹੈ ਇਸਤਰੀ, ਕਰਨੀ ਦਾ ਅਰਥ ਹੈ ਉੱਚਾ ਕਿਰਦਾਰ। ਤੇ ਜੋ ਪਾਤਸ਼ਾਹ ਵਿਚਾਰ ਅਧੀਨ ਸ਼ਬਦ ਦੇ ਅੰਦਰ ਜੋ ਗੁਰਮਤਿ ਦੇ ਨੁਕਤੇ, ਜੋ ਗੁਰਮਤਿ ਦੇ ਗੁਣ ਸਾਨੂੰ ਧਾਰਨ ਕਰਨ ਨੂੰ ਕਹਿ ਰਹੇ ਨੇ, ਜੇ ਇਹਨਾਂ ਗੁਣਾਂ ਨੂੰ ਧਾਰਨ ਕਰ ਲਵਾਂਗੇ ਤੇ ਸਾਡੀ ਜ਼ਿੰਦਗੀ ਸੋਹਣੀ ਬਣ ਜਾਏਗੀ, ਸਾਡਾ ਪਰਿਵਾਰ ਖੂਬਸੂਰਤ ਬਣ ਜਾਏਗਾ, ਅੰਦਰ ਸ਼ਾਂਤੀ ਆ ਜਾਏਗੀ, ਸਮਾਜ ਸੋਹਣਾ ਬਣ ਜਾਏਗਾ। ਤੇ ਪਾਤਸ਼ਾਹ ਆਖਰੇ ਨੇ ਸਾਹਾ ਸੰਜੋਗ ਵਿਆਹ ਵਿਜੋਗ। ਸਾਹਾ ਦਾ ਅਰਥ ਹੈ ਕਿ ਵਿਆਹ ਤੋਂ ਪਹਿਲਾਂ, ਵਿਆਹ ਦਾ ਜਿਹੜਾ ਸਮਾਂ ਹੈ ਉਹ ਨਿਯਤ ਕੀਤਾ ਜਾਂਦਾ ਹੈ। ਸੰਜੋਗ, ਜਦੋਂ ਲੜਕੇ ਤੇ ਲੜਕੀ ਦਾ ਸੰਜੋਗ ਹੋਣਾ ਹੈ, ਉਸ ਤੋਂ ਪਹਿਲਾਂ ਜਿਹੜਾ ਸਾਹਾ ਹੈ ਉਹਨੂੰ ਪੱਕਾ ਕੀਤਾ ਜਾਂਦਾ ਹੈ। ਹੁਣ ਪਾਤਸ਼ਾਹ ਕਹਿੰਦੇ ਨੇ ਵਿਆਹ ਦਾ ਜਿਹੜਾ ਸਾਹਾ ਹੈ ਨਾ, ਉਹ ਸਤ ਸੰਗਤ ਵਿੱਚ ਆ ਕੇ ਪੱਕਾ ਹੋਣਾ ਹੈ। ਭਾਵ ਕਿ ਸਤ ਸੰਗਤ ਤੋਂ ਖੁੰਝੀਏ ਨਾ, ਸਤ ਸੰਗਤ ਵਿੱਚ ਆਈਏ, ਤਾਂ ਕਿ ਇਹ ਜਿਹੜਾ ਸਾਹਾ ਹੈ ਸਾਡਾ ਮਿਲਾਪ ਦਾ, ਰੱਬੀ ਮਿਲਾਪ ਦਾ ਜਾਂ ਗੁਰੂ ਦੇ ਮਿਲਾਪ ਦਾ, ਇਹ ਪੱਕਾ ਹੋ ਸਕੇ। ਪਰ ਪੱਕਾ ਉਦੋਂ ਹੀ ਹੋਵੇਗਾ ਜਦੋਂ ਅਸੀਂ ਗੁਰੂ ਦੀ ਸੰਗਤ ਵਿੱਚ ਆਵਾਂਗੇ। ਆਉਣਾ ਮੁਬਾਰਕ ਹੈ। ਪਾਤਸ਼ਾਹ ਕਹਿੰਦੇ ਨੇ ਕਿ ਆਉਣ ਦੇ ਨਾਲ ਸਤ ਸੰਗਤ ਦੇ ਜਿਹੜੇ ਗੁਣ ਨੇ ਉਸ ਨੂੰ ਵੀ ਧਾਰਨ ਕਰਨਾ ਹੈ। ਸਤ ਸੰਗਤ ਦੇ ਕੀ ਗੁਣ ਨੇ? ਕਿ ਸਤ ਸੰਗਤ ਵਿੱਚ ਆ ਕੇ ਮੇਰੇ ਅੰਦਰੋਂ ਅਵਗੁਣ ਖਤਮ ਹੋਣ, ਮੇਰੇ ਅੰਦਰੋਂ ਵਿਕਾਰ ਖਤਮ ਹੋਣ। ਬਿਸਰ ਗਈ ਸਭ ਤਾਪ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਵੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣ ਆਈ। ਇਹ ਸਤ ਸੰਗਤ ਦੀ ਬਰਕਤ ਹੈ। ਇਸ ਬਰਕਤ ਨੂੰ ਧਾਰਨ ਕਰਨਾ ਹੈ। ਤੇ ਬਾਦਸ਼ਾਹ ਕਹਿੰਦੇ ਨੇ ਕਿ ਵਿਆਹ ਵਿਜੋਗ। ਵਿਜੋਗ ਦਾ ਅਰਥ ਹੈ ਵਿਛੋੜਾ। ਬਾਦਸ਼ਾਹ ਕਹਿੰਦੇ ਨੇ ਕਿ ਸੰਸਾਰ ਦੇ ਜਿਹੜੇ ਵਿਸ਼ੇ ਵਿਕਾਰ ਨੇ, ਇਹਨਾਂ ਤੋਂ ਨਿਰਮੋਹ ਹੋਈਏ, ਸੰਸਾਰ ਦੀਆਂ ਆਸਾਵਾਂ ਤੋਂ ਉਤਾਂ ਉੱਠੀਏ।
ਜਿਹੜਾ ਸਾਡੇ ਅੰਦਰ ਬੋਝ ਪਿਆ ਹੋਇਆ ਹੈ ਸੰਸਾਰ ਦੀਆਂ ਆਸਾਵਾਂ ਦਾ, ਸੰਸਾਰ ਦੀਆਂ ਮਨਸਾਵਾਂ ਦਾ, ਪਾਤਸ਼ਾਹ ਕਹਿੰਦੇ ਨੇ ਇਸ ਬੋਝ ਨੂੰ ਥੱਲੇ ਲਾ ਦੇਈਏ। ਇਹ ਬੋਝ ਚੁੱਕ ਕੇ ਗੁਰੂ ਕੋਲ ਨਾ ਆਈਏ। ਜੇ ਕਿਸੇ ਇਨਸਾਨ ਨੇ ਕੋਈ ਦਰਿਆ ਪਾਰ ਕਰਨਾ ਹੋਵੇ ਤੇ ਉੱਤੇ ਉਹਦੇ ਬੋਝ ਹੋਵੇ ਬਹੁਤ ਜ਼ਿਆਦਾ, ਤੇ ਸੁਭਾਵ ਹੈ ਕਿ ਉਹ ਪਾਰ ਨਹੀਂ ਹੋ ਸਕੇਗਾ, ਉਹ ਡੁੱਬੇਗਾ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਇਸੇ ਤਰ੍ਹਾਂ ਜਿਸ ਭਵਸਾਗਰ ਤੋਂ ਪਾਰ ਉਤਰਨਾ ਹੈ, ਰੱਬ ਅਕਾਲ ਪੁਰਖ ਜੀ ਦੇ ਨਾਲ ਜੁੜਨਾ ਹੈ, ਉਸ ਮਾਲਕ ਅੰਦਰ ਅਭੇਦ ਹੋਣਾ ਹੈ ਜਿਉਂਦਿਆਂ ਜੀ, ਤੇ ਉਹਦੇ ਵਾਸਤੇ ਸੰਸਾਰ ਦਾ ਜੋ ਅਸੀਂ ਬੋਝ ਚੁੱਕਿਆ ਹੋਇਆ ਹੈ, ਆਸਾਵਾਂ ਮਨਸਾ, ਇਸ ਬੋਝ ਨੂੰ ਉਤਾਰ ਦਈਏ। ਜਿਸ ਨੂੰ ਪਾਤਸ਼ਾਹ ਆਖਦੇ ਨੇ, ਉਸਤਤ ਨਿੰਦਾ ਨਾਨਕ ਜੀ, ਮੈਂ ਹਬ ਵੰਜਾਈ ਛੋੜਿਆ, ਹਬ ਕਿਛ ਤਿਆਗੀ, ਹਬੇ ਸਾਖ ਕੁੜਾਵੇ ਡਿਠੇ, ਤੋ ਪੱਲੇ ਤੈਣੀ ਲੱਗ। ਇਹ ਬੱਚੀ ਦਾ ਵਿਆਹ ਹੁੰਦਾ, ਉਸਨੂੰ ਪੇਕਾ ਘਰ ਤਿਆਗਣਾ ਪੈਂਦਾ ਹੈ, ਨਵਾਂ ਘਰ ਬਣਾਉਣਾ ਪੈਂਦਾ ਹੈ। ਪਾਤਸ਼ਾਹ ਕਹਿੰਦੇ ਨੇ ਇਸੇ ਤਰ੍ਹਾਂ ਸਾਨੂੰ ਵੀ ਆਪਣਾ ਪੁਰਾਣਾ ਵਿਕਾਰਾਂ ਵਾਲਾ ਘਰ, ਜਿੱਥੇ ਅਵਗੁਣ ਸਨ, ਬੁਰਾਈਆਂ ਸਨ, ਉਸ ਘਰ ਨੂੰ ਤਿਆਗਣਾ ਪਵੇਗਾ। ਜੋ ਘਰ ਛੱਡਾਂਗੇ ਤੇ ਤਾਂ ਅਸੀਂ ਗੁਰੂ ਘਰ ਵਿੱਚ ਪ੍ਰਵੇਸ਼ ਕਰਾਂਗੇ, ਤਾਂ ਅਸੀਂ ਮਾਲਕ ਦੇ ਘਰ ਪਹੁੰਚਾਂਗੇ। ਤੇ ਸਤਿਗੁਰੂ ਜੀ ਅੱਗੇ ਰਹਿਮਤ ਕਰਦੇ ਨੇ, ਸੱਚ ਸੰਤਤ ਕਹੋ ਨਾਨਕ ਜੋਗ। ਸੱਚ ਸੰਤਤ, ਸੰਤਤ ਦਾ ਅਰਥ ਹੈ ਸੰਤਾਨ। ਪਾਤਸ਼ਾਹ ਕਹਿੰਦੇ ਨੇ ਕਿ ਫਿਰ ਇਸ ਆਤਮਾ ਨੂੰ ਸੱਚ ਰੂਪੀ ਪੁੱਤਰ ਦੀ ਪ੍ਰਾਪਤੀ ਹੋਵੇਗੀ, ਭਾਵ ਸੱਚ ਪ੍ਰਾਪਤ ਹੋਏਗਾ ਇਸ ਆਤਮਾ ਨੂੰ। ਕਹੋ ਨਾਨਕ ਜੋਗ, हे ਨਾਨਕ, ਇਹ ਮਿਲਾਪ ਦੀ ਜੁਗਤ ਹੈ। ਜੋਗ ਦਾ ਅਰਥ ਮਿਲਾਪ। ਹੁਣ ਪਾਤਸ਼ਾਹ ਜੀ ਨੇ ਵਿਚਾਰ ਅਧੀਨ ਸ਼ਬਦ ਦੇ ਅੰਦਰ ਜਿੱਥੇ ਬੜੀ ਪਿਆਰੀ ਜੀਵਨ ਜਾਂਚ ਬਖਸ਼ਿਸ਼ ਕੀਤੀ ਹੈ, ਉਹ ਜੀਵਨ ਜਾਂਚ ਕੀ ਹੈ ਕਿ ਸ੍ਰੇਸ਼ਟ ਮਤ ਨੂੰ ਧਾਰਨ ਕਰੀਏ, ਸੰਤੋਖ ਨੂੰ ਧਾਰਨ ਕਰੀਏ, ਸੇਵਾ ਨੂੰ ਧਾਰਨ ਕਰੀਏ, ਸਾਡੀ ਕਿਰਤ ਕਮਾਈ ਨੇਕ ਹੋਵੇ, ਸਾਡੀ ਸੁਰਤ ਉੱਚੀ ਹੋਵੇ। ਤੇ ਉਸ ਤੋਂ ਅੱਗੇ ਪਾਤਸ਼ਾਹ ਆਖਦੇ ਨੇ ਕਿ ਸਾਡਾ ਕਿਰਦਾਰ ਉੱਚਾ ਹੋਵੇ, ਅਸੀਂ ਸਤ ਸੰਗਤ ਦੇ ਗੁਣ ਨੂੰ ਧਾਰਨ ਕਰੀਏ, ਸਤਸੰਗੀ ਬਣੀਏ। ਤੇ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਇਹਨਾਂ ਗੁਣਾਂ ਨੂੰ ਧਾਰਨ ਕਰਾਂਗੇ, ਇਹ ਹੁਣ ਜਿਹੜੇ ਗੁਣ ਨੇ ਜੀਵਨ ਜਾਂਚ ਪਾਤਸ਼ਾਹ ਸਮਝਾ ਰਹੇ ਨੇ, ਇਹ ਜੀਵਨ ਜਾਂਚ ਸਾਰੀ ਮਨੁੱਖਤਾ ਵਾਸਤੇ ਹੈ, ਸਰਬ ਸਾਂਝੀ ਹੈ। ਜੋ ਵੀ ਇਸ ਜੀਵਨ ਜਾਂਚ ਨੂੰ ਅਪਣਾਏਗਾ, ਉਸ ਦੀ ਜ਼ਿੰਦਗੀ ਅੰਦਰ ਸ਼ਾਂਤੀ ਆ ਜਾਏਗੀ, ਸੁਖ ਆ ਜਾਏਗਾ, ਜੀਵਨ ਆਨੰਦਮਈ ਤੇ ਸੋਹਣਾ ਬਣ ਜਾਏਗਾ। ਹੁਣ ਪਾਤਸ਼ਾਹ ਕਹਿੰਦੇ ਨੇ ਇਹਨਾਂ ਗੁਣਾਂ ਨੂੰ ਧਾਰਨ ਕਰਨਾ ਹੀ ਅਸਲ ਵਿੱਚ ਰੱਬੀ ਮਿਲਾਪ ਹੈ। ਪਰ ਅਸੀਂ ਰੱਬ ਨੂੰ ਮਿਲਣ ਵਾਸਤੇ, ਰੱਬ ਨੂੰ ਪਾਉਣ ਵਾਸਤੇ ਪਤਾ ਨਹੀਂ ਕਿਹੜੇ ਅਡੰਬਰ ਕਰਨੇ ਹਾਂ। ਪਾਤਸ਼ਾਹ ਕਹਿੰਦੇ ਨੇ ਜੇ ਰੱਬ ਨਾਲ ਮਿਲਣਾ ਹੈ ਤੇ ਰੱਬ ਜੀ ਦੇ ਗੁਣ ਧਾਰਨ ਕਰ, ਤੂੰ ਉਹਦਾ ਰੂਪ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਉਹ ਰੱਬ ਕਿਤੇ ਸਤਵੇਂ ਅਸਮਾਨ ਤੇ ਨਹੀਂ, ਕਿਤੇ ਜੰਗਲਾਂ ਵਿੱਚ ਨਹੀਂ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਉਹ ਨਿਰੰਜਨ ਹੈ, ਨਿਰੰਕਾਰ ਹੈ, ਉਸਦਾ ਕੋਈ ਆਕਾਰ ਨਹੀਂ। ਤੇ ਪਾਤਸ਼ਾਹ ਕਹਿੰਦੇ ਨੇ ਕਿ ਉਹਦੇ ਗੁਣਾਂ ਨੂੰ ਧਾਰਨ ਕਰਕੇ ਜਿੱਥੇ ਸਾਨੂੰ ਚੰਗੀ ਜੀਵਨ ਜਾਂਚ ਪ੍ਰਾਪਤ ਹੁੰਦੀ ਹੈ, ਤੇ ਨਾਲ ਦੀ ਨਾਲ ਫਿਰ ਅਸੀਂ ਉਸ ਮਾਲਕ ਦਾ ਹੀ ਰੂਪ ਬਣ ਜਾਂਦੇ ਹਾਂ, ਉਹਦੇ ਵਰਗੇ ਹੀ ਬਣ ਜਾਂਦੇ ਹਾਂ। ਤੇ ਜ਼ਿੰਦਗੀ ਦਾ ਸਿਖਰ ਇਹੋ ਹੀ ਹੈ ਜੋ ਬਾਬਾ ਕਬੀਰ ਸਾਹਿਬ ਜੀ ਨੇ ਆਖਿਆ। ਸਵਾਲ ਕਿਸੇ ਨੇ ਪੁੱਛਿਆ ਬਾਬਾ ਕਬੀਰ ਸਾਹਿਬ ਤੋਂ ਕਿ ਰੱਬ ਦਾ ਪਿਆਰਾ ਕਿਹਦੇ ਵਰਗਾ ਹੋਣਾ ਚਾਹੀਦਾ ਹੈ, ਰੱਬ ਦਾ ਜਨ ਸੇਵਕ। ਤੇ ਬਾਬਾ ਕਬੀਰ ਸਾਹਿਬ ਆਖਦੇ ਨੇ ਉਹਦਾ ਜਨ ਉਹਦੇ ਵਰਗਾ ਹੀ ਹੋਵੇ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸੋ ਵਿਚਾਰ ਅਧੀਨ ਪਾਵਨ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਸਾਡੀ ਆਤਮਾ ਦੇ ਰਿਸ਼ਤੇ ਦਾ ਜ਼ਿਕਰ ਕਰਦਿਆਂ ਹੋਇਆ ਸਾਨੂੰ ਬੜੀ ਪਿਆਰੀ ਸੁਚੱਜੀ ਜੀਵਨ ਜਾਂਚ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ ਭਾਈ ਰੱਬੀ ਗੁਣਾਂ ਨੂੰ ਧਾਰਨ ਕਰਕੇ ਹੀ ਅਸੀਂ ਉਸ ਪਰਮ ਪਿਤਾ ਪ੍ਰਭੂ ਦੇ ਅੰਦਰ ਜੰਮਦਿਆਂ ਜੀ
ਸੁਰਤ ਕਰਕੇ ਧਿਆਨ ਕਰਕੇ ਲਵਲੀਨ ਹੋ ਸਕਨੇ ਹਾਂ। ਸੋ ਗੁਰੂ ਸਾਹਿਬ ਕਿਰਪਾ ਕਰਨ। ਪੜੀ ਸੁਣੀ ਗੁਰਬਾਣੀ ਦੀ ਵਿਚਾਰ ਸਾਡੇ ਸਭਨਾਂ ਦੇ ਹਿਰਦਿਆਂ ਵਿੱਚ ਵਸੇ, ਤਾਂ ਕਿ ਹੋ ਸਕਣੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਪਿਆਰ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।